अष्टपदी। मिथ्या नाई रसना परस, मन में प्रीत निरंजन दर्श। पर त्रे रूप ना पेखे नेत्र, साध की टहल संत संग हेत। कर न सुने कऊ की निंदा, सबते जाने आपस को मंदा। गुर प्रसाद भिख्या पर हरे, मन की वासना मानते टरे। इंद्री जित पंच दोख ते रहत, नानक कोट मदे के ऐसा परस। अर्थ, जीभ नाल झूठ ना बोलो। मन विच करतार दे दर्शन दी प्रीत रखे। अखां नाल पर इस्त्री दा रूप ना वेखे। संतां दी सेवा करे ते संतां नाल प्यार रखे। ਕੰਨਾਂ ਨਾਲ ਕਿਸੇ ਦੀ ਨਿੰਦਾ ਨਾ ਸੁਣੇ। ਆਪਣੇ ਆਪ ਨੂੰ ਸਾਰਿਆਂ ਤੋਂ ਮੰਦਾ ਜਾਣੇ। ਗੁਰਾਂ ਦੀ ਕਿਰਪਾ ਨਾਲ ਵਿਸ਼ਿਆਂ ਦਾ ਤਿਆਗ ਕਰੇ। ਮਨ ਦੀਆਂ ਵਾਸਨਾ ਮਨੋਂ ਮੇਟ ਦੇਵੇ। ਇੰਦਰੀਆਂ ਵਸ ਵਿੱਚ ਰੱਖੇ ਅਤੇ ਪੰਜਾਂ ਵਿਕਾਰਾਂ ਤੋਂ ਰਹਿਤ ਹੋਵੇ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਅਜਿਹਾ त्यागी है। भाव, जो पुरुष नाम जपे ਉਹ ਇਹ ਸਾਰੇ ਗੁਣ ਵੀ ਧਾਰਨ ਕਰੇ। ਗੁਣਾ ਬਿਨਾ ਭਗਤੀ ਨਹੀਂ ਹੋ ਸਕਦੀ। ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਈ ਪਿੰਨ। कर्म करत होवे निष्कर्म, तिस वैष्णो का निर्मल धर्म। काहू फल की इच्छा नहीं बाछे, केवल भक्त कीर्तन संग राजे। मन तन अंतर सिमरत गोपाल, सब ऊपर होवत कृपाल। आप दृढ़ अवर नाम जपावे, नानक ओ वैष्णो परम गत पावे। जिस उत्ते ਉਹ ਆਪ ਪ੍ਰਸੰਨ ਹੈ, ਉਹ ਵੈਸ਼ਨਵ ਹੈ। ਜੋ ਵਿਸ਼ਨ ਦੀ ਮਾਇਆ ਤੋਂ ਸਦਾ ਹੀ ਅਲੱਗ ਰਹਿੰਦਾ ਹੈ। ਕਰਮ ਕਰਦਾ ਹੋਇਆ ਕਰਮਾਂ ਦੀ ਵਾਸਨਾ ਨਹੀਂ ਕਰਦਾ। ਉਸ ਵੈਸ਼ਨਵ ਦਾ ਧਰਮ ਸ਼ੁੱਧ ਹੈ, ਜੋ ਕਿਸੇ ਕੀਤੇ ਕਰਮ ਦੇ ਫਲ ਦੀ ਇੱਛਾ ਨਹੀਂ ਕਰਦਾ। ਇੱਕ ਭਗਤੀ ਤੇ ਕੀਰਤਨ ਨਾਲ ਹੀ ਲੱਗਾ ਰਹਿੰਦਾ ਹੈ। ਸਰੀਰ ਵਿੱਚ ਰਹਿੰਦੇ ਦਮ ਤੱਕ ਮਨ ਨਾਲ ਗੋਪਾਲ ਦਾ ਸਿਮਰਨ ਕਰਦਾ ਹੈ। ਸਾਰਿਆਂ ਉੱਤੇ ਕਿਰਪਾ ਕਰਦਾ ਹੈ। ਆਪ ਆਪਣੇ ਮਨ ਨਾਮ ਧਾਰਨ ਕਰਦਾ ਹੈ ਅਤੇ ਹੋਰਨਾਂ ਕੋਲੋਂ ਨਾਮ ਜਪਵਾਉਂਦਾ ਹੈ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਹ ਵੈਸ਼ਨੂੰ ਮੁਕਤੀ ਪਾਵੇਗਾ। ਭਾਵ, ਵੈਸ਼ਨਵਾਂ ਦੇ ਲੱਛਣ ਪ੍ਰਗਟ ਕੀਤੇ ਹਨ ਕਿ ਦੁਨੀਆ ਵਿੱਚ ਕਈ ਪਖੰਡੀ ਆਪਣੇ ਆਪ ਵੈਸ਼ਨਵ ਕਹਾਉਂਦੇ ਹਨ, ਪਰ ਗੁਰੂ ਜੀ ਕਹਿੰਦੇ ਹਨ, ਜਿਸ ਵਿੱਚ ਅਜਿਹੇ ਗੁਣ ਹੋਣਗੇ ਉਹ ਵੈਸ਼ਨਵ ਹੈ ਅਤੇ ਉਹੀ ਮੁਕਤੀ ਹੋਏਗੀ। भगवती भगवंत भक्त का रंग, सगल त्यागे दुष्ट का संग। मानते बिनसे सगला परम, कर पूजे सगल पार ब्रह्म। साध संग पापा मल खैवे, तिस भगवती की मत उत्तम होवे। भगवंत की टहल करे नित नीत, मन तन अर्पे बिशन प्रीत। हर के चरण हृदय बसावे, नानक ऐसा भगवती भगवंत को पावे। अर्थ, ਉਹ ਭਗਤ ਹੈ ਜਿਸ ਨੂੰ ਭਗਵੰਤ ਦੀ ਭਗਤੀ ਦਾ ਰੰਗ ਹੈ ਅਤੇ ਸਾਰੇ ਦੁਸ਼ਟਾਂ ਦਾ ਸੰਗ ਛੱਡ ਦਿੱਤਾ ਹੈ। ਮਨ ਤੋਂ ਸਾਰੇ ਭਰਮ ਮੇਟ ਦਿੱਤੇ ਹਨ। ਸਭ ਨੂੰ ਪਾਰ ਬ੍ਰਹਮ ਸਰੂਪ ਜਾਣ ਕੇ ਪੂਜਦਾ ਹੈ। ਸਾਧ ਸੰਗਤ ਕਰਕੇ ਪਾਪਾਂ ਦੀ ਮੈਲ ਧੋਂਦਾ ਹੈ। ਉਸ ਭਗਤ ਦੀ ਬੁੱਧ ਉੱਤਮ ਹੈ। ਕਰਤਾਰ ਦੀ ਸੇਵਾ ਰੋਜ਼ ਕਰਦਾ ਹੈ। ਕਰਤਾਰ ਦੀ ਪ੍ਰੀਤ ਵਾਲਿਆਂ ਦੀ ਸੇਵਾ ਵਿੱਚ ਤਨ ਮਨ
ਭੇਟ ਕਰ ਦਿੱਤਾ ਹੈ। ਹਰੀ ਦੇ ਚਰਨ ਹਿਰਦੇ ਵਿੱਚ ਵਸਾਉਂਦਾ ਹੈ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਹ ਭਗਤ ਭਗਵੰਤ ਵਿੱਚ ਲੀਨ ਹੋ ਜਾਵੇਗਾ। ਭਾਵ ਭੇਖ ਧਾਰ ਕੇ ਲੋਕੀ ਭਗਤ ਕਹਾਉਂਦੇ ਹਨ, ਪਰ ਗੁਰੂ ਜੀ ਕਹਿੰਦੇ ਹਨ ਕਿ ਭਗਤ ਉਹ ਹੈ ਜੋ ਅੱਠੇ ਪੈਰ ਭਗਤੀ ਵਿੱਚ ਰੰਗਿਆ ਰਹਿੰਦਾ ਹੈ ਅਤੇ ਬੁਰੇ ਪੁਰਸ਼ਾਂ ਦਾ ਸੰਗ ਨਹੀਂ ਕਰਦਾ। ਸਤਸੰਗ ਦਾ ਨੇਮੀ ਪ੍ਰੇਮੀ ਹੈ, ਸਗੋਂ ਕਰਤਾਰ ਦੇ ਪ੍ਰੇਮੀਆਂ ਦਾ ਸੱਚਾ ਸੇਵਕ ਹੈ। ਉਹ ਵੀ ਭਗਤ ਭਗਵੰਤ ਨੂੰ ਪਾਵੇਗਾ। ਸੋ ਪੰਡਿਤ ਜੋ ਮਨ ਪ੍ਰਭੂ ਦੇ, ਰਾਮ ਨਾਮ ਆਤਮਮਈ ਸੋਦੇ, राम नाम सार रस पीवे, उस पंडित के उपदेश जग जीवे, हर की कथा हृदय बसावे, सो पंडित फिर जोन न आवे। वेद पुराण स्मृति बुझे मूल, सूखम मैं जाने अस्थूल, चो वरना क्यों दे उपदेश, नानक उस पंडित को सदा आदेश। 8 ਪੰਡਤ ਉਹ ਹੈ ਜੋ ਆਪਣੇ ਮਨ ਨੂੰ ਸਮਝਾਉਂਦਾ ਹੈ ਅਤੇ ਜਿਸ ਦਾ ਨਾਮ ਰਾਮ ਹੈ, ਉਸ ਨੂੰ ਅੰਤ ਅਕਰਨ ਵਿੱਚੋਂ ਲੱਭਦਾ ਹੈ। ਰਾਮ ਦੇ ਨਾਮ ਰੂਪ ਅੰਮ੍ਰਿਤ ਨੂੰ ਪੀਂਦਾ ਹੈ। ਉਸ ਪੰਡਤ ਦੇ ਉਪਦੇਸ਼ ਨਾਲ ਜਗਤ ਨੂੰ ਨਿੱਤ ਦਾ ਜੀਵਨ ਮਿਲ ਸਕਦਾ ਹੈ, ਕਿਉਂਕਿ ਉਹ ਹਰੀ ਦੀ ਕਥਾ ਹਿਰਦੇ ਵਿੱਚ ਵਸਾਉਂਦਾ ਹੈ। ਇਸ ਲਈ ਉਸ ਪੰਡਿਤ ਮੁੜ ਕੇ ਜੂਨ ਵਿੱਚ ਨਹੀਂ ਆਵੇਗਾ। ਵੇਦਾਂ ਪੁਰਾਣਾਂ ਤੇ ਸਮ੍ਰਿਤੀਆਂ ਦੇ ਮੂਲ ਰੂਪ ਕਰਤਾਰ ਨੂੰ ਜਾਣਦਾ ਹੈ। ਸੂਖਮ ਅਸਥੂਲ ਵਿੱਚ ਇੱਕੋ ਨੂੰ ਸਮਝੋ। ਚੌਹਾਂ ਵਰਨਾਂ ਦੇ ਪ੍ਰਾਣੀਆਂ ਨੂੰ ਉਪਦੇਸ਼ ਦਿੰਦਾ ਹੈ। ਸ਼੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਸ ਪੰਡਿਤ ਨੂੰ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ। बीज मंत्र सर्व को ज्ञान, चौ वर्णा में जपे को नाम, जो जो जपे तिसकी गत होई, साध संग पावे जन कोई, कर कृपा अंतर उर्धारे, पशु प्रेत मुग्ध पाथर को तारे, सर्व रोग का औखद नाम, कल्याण रूप मंगल गुण गाम, काहू जुगत किते ना पाइए धर्म, नानक तिस मिले जिस लिखिया तोरी कर्म। अर्थ अर्थात ਕਰਤਾਰ ਦਾ ਗਿਆਨ ਤਾਂ ਸਾਰਿਆਂ ਨੂੰ ਹੈ, ਪਰ ਚੌਹਾਂ ਵਰਨਾਂ ਵਿੱਚੋਂ ਕੋਈ ਵਿਰਲਾ ਹੀ ਉਸ ਦਾ ਨਾਮ ਜਪਦਾ ਹੈ। ਜੋ ਜੋ ਨਾਮ ਜਪੇਗਾ ਉਸ ਦੀ ਗਤ ਹੋਵੇਗੀ, ਪਰ ਸਾਧ ਸੰਗਤ ਕਰਕੇ ਕੋਈ ਵਿਰਲਾ ਹੀ ਨਾਮ ਪਾਉਂਦਾ ਹੈ। ਕਿਰਪਾ ਕਰਕੇ ਜਿਸ ਦੇ ਹਿਰਦੇ ਅੰਦਰ ਨਾਮ ਦਾ ਵਾਸਾ ਹੋਵੇਗਾ, ਉਹ ਪਸ਼ੂ ਪ੍ਰੇਤ ਮੂਰਖ ਤੇ ਪੱਥਰ ਵੀ ਤਰ ਜਾਵੇਗਾ। ਸਾਰਿਆਂ ਬਿਮਾਰੀਆਂ ਦੀ ਦਵਾਈ ਨਾਮ ਦਾ ਜਾਪ ਹੈ। ਇਸ ਲਈ ਕਲਿਆਣ ਸਰੂਪ ਦਾ ਜਸ ਤੇ ਗੁਣ ਗਾਉਣੇ ਚਾਹੀਦੇ ਹਨ, ਪਰ ਕਿਸੇ ਜੁਗਤੀ ਜਾਂ ਧਰਮ ਕਰਕੇ ਉਸ ਦਾ ਜਾਪ ਨਹੀਂ ਮਿਲਦਾ। ਸ਼੍ਰੀ ਗੁਰੂ ਨਾਨਕ ਜੀ ਆਖਦੇ ਹਨ, ਜਿਸ ਨੂੰ ਧੁਰ ਤੋਂ ਕਰਮ ਲਿਖਿਆ ਹੈ ਉਸੇ ਨੂੰ ਮਿਲਦਾ ਹੈ। ਭਾਵ ਆਪਣੇ ਕਰਨ ਵਾਲੇ ਨੂੰ ਸਾਰੇ ਮੰਨਦੇ ਹਨ, ਪਰ ਉਸ ਦਾ ਜਪਣਾ ਕੋਈ ਵਿਰਲਾ ਹੀ ਜਾਣਦਾ ਹੈ। ਜੋ ਜਪਦਾ ਹੈ ਉਸ ਦੀ ਗਤ ਹੁੰਦੀ ਹੈ। ਨਾਮ ਸਾਧ ਸੰਗਤ ਵਿੱਚੋਂ ਮਿਲਦਾ ਹੈ।
जिसके मान पार ब्रह्म का निवास, तिसका नाम सत रामदास। आत्म राम तिस नदरी आया, दास दसंतन पाए तिन पाया। सदा निकट निकट हर जान, सो दास दरगह परवान। अपने दास को आप कृपा करे, तिस दास को सब सोज परे। सगल संग आत्म उदास, ऐस जुगत नानक रामदास। अर्थ, जिस दे ਹਿਰਦੇ ਵਿੱਚ ਪਾਰ ਬ੍ਰਹਮ ਦਾ ਵਾਸਾ ਹੈ, ਉਸ ਦਾ ਨਾਮ ਹੀ ਸੱਚਾ ਰਾਮ ਦਾ ਦਾਸ ਹੈ। ਵਿਆਪਕ ਰਾਮ ਉਸ ਨੂੰ ਨਜ਼ਰ ਆ ਗਿਆ ਹੈ, ਉਸਨੇ ਹੀ ਦਾਸਾ ਭਾਵ ਪਾਇਆ ਹੈ। ਉਹ ਹਰੀ ਦਾ ਨਿਕਟ ਵਰਤੀ ਹੈ, ਕਿਉਂਕਿ ਹਰੀ ਨੂੰ ਸਦਾ ਹੀ ਨੇੜੇ ਜਾਣਦਾ ਹੈ। ਉਹੀ ਦਾਸ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਜਿਸ ਆਪਣੇ ਦਾਸ ਨੂੰ ਕਰਤਾਰ ਆਪ ਕਿਰਪਾ ਕਰਦਾ ਹੈ, ਉਸ ਦਾਸ ਨੂੰ ਸਾਰੀ ਸੋਝੀ ਪੈ ਜਾਂਦੀ ਹੈ। ਜੋ ਸਾਰਿਆਂ ਦੇ ਨਾਲ ਰਹਿੰਦਾ ਹੋਇਆ ਮਨ ਕਰਕੇ ਸਾਰਿਆਂ ਤੋਂ ਉਦਾਸ ਹੈ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਰਾਮ ਦੇ ਦਾਸ ਦੀ ਅਜਿਹੀ ਵਰਤਣ ਹੁੰਦੀ ਹੈ। प्रभ की आज्ञा आत्म हितावे, जीवन मुक्त सोई कहावे। तैसा हर्क तैसा उत्सोग, सदा आनंद तैनाई वियोग। तैसा स्वर्ण तैसी उस माटी, तैसा अमृत तैसी बिख खटी। तैसा मान तैसा अभिमान, तैसा रंक तैसा रजान। जो वरताए साई जुगत, नानक ओ पुरख कहिए जीवन मुक्त। अर्थ, जिस ਦੇ ਮਨ ਨੂੰ ਪ੍ਰਭ ਦਾ ਭਾਣਾ ਚੰਗਾ ਲੱਗਦਾ ਹੈ, ਉਹ ਜੀਵਨ ਮੁਕਤ ਕਿਹਾ ਜਾਂਦਾ ਹੈ। ਉਸ ਨੂੰ ਜਿਹਾ ਆਨੰਦ ਹੈ, ਤਿਹਾ ਹੀ ਸੋਗ ਹੈ। ਸਦਾ ਹੀ ਆਨੰਦ ਰਹਿੰਦਾ ਹੈ, ਉਸ ਨੂੰ ਦੁੱਖ ਨਹੀਂ ਹੁੰਦਾ। ਉਸ ਨੂੰ ਜਿਹਾ ਸੋਨਾ ਹੈ, ਤੇ ਹੀ ਮਿੱਟੀ ਹੈ। ਜਿਹਾ ਅੰਮ੍ਰਿਤ ਹੈ, ਤੇ ਹੀ ਦੁਖਦਾਈ ਜ਼ਹਿਰ ਹੈ। ਜਿਹਾ ਆਦਰ ਹੈ, ਤਿਹਾ ਹੀ ਨਿਰਾਦਰ ਹੈ। ਜਿਹਾ ਕੰਗਾਲ ਹੈ, ਤਿਹਾ ਹੀ ਰਾਜਾ ਹੈ। ਜੋ ਵਾਹਿਗੁਰੂ ਵਰਤਾਉਂਦਾ ਹੈ, ਸੋਈ ਵਰਤਦਾ ਹੈ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਹ ਪੁਰਖ ਜਿਉਂਦਿਆਂ ਹੀ मुक्त किया जाता है। पार ब्रह्म के सगले ठाओ, जित जित कर राखे तैसा तिन नाओ। आपे करन करावन जोग, प्रभ पावे सोई पुन भोग। पसरियो आप होई अंत तरंग, लखे न जा पार ब्रह्म के रंग। जैसी मत देई तैसा प्रगास, पार ब्रह्म करता अविनाश। सदा 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 दयाल, सिमर सिमर नानक पै निहाल। अर्थ, ਪਾਰ ਬ੍ਰਹਮ ਦੇ ਹੀ ਸਾਰੇ ਅਸਥਾਨ ਹਨ। ਜਿਸ ਘਰ ਵਿੱਚ ਜਿਸ ਨੂੰ ਰੱਖਦਾ ਹੈ, ਉਸ ਦਾ ਉਹੀ ਨਾਮ ਪੈ ਜਾਂਦਾ ਹੈ। ਆਪੇ ਹੀ ਕਰਦਾ ਹੈ ਅਤੇ ਆਪੇ ਕਰਾਉਣ ਦੇ ਯੋਗ ਹੈ। ਜੋ ਪ੍ਰਭੂ ਨੂੰ ਪਾਉਂਦਾ ਹੈ, ਉਹੀ ਫਿਰ ਹੋਵੇਗਾ। ਅਨੇਕ ਤਰ੍ਹਾਂ ਦਾ ਹੋ ਕੇ ਫੈਲਿਆ ਹੋਇਆ ਹੈ। ਪਾਰ ਬ੍ਰਹਮ ਦੇ ਰੰਗ ਜਾਣੇ ਨਹੀਂ ਜਾਂਦੇ। ਜਿਹੀ ਮਤ ਦਿੰਦਾ ਹੈ, ਤਿਹਾ ਹੀ ਗਿਆਨ ਹੁੰਦਾ ਹੈ। ਪਾਰ ਬ੍ਰਹਮ ਕਰਤਾ ਪੁਰਖ ਨਾਸ ਤੋਂ ਰਹਿਤ ਹੈ ਅਤੇ ਸਦਾ ਸਦਾ ਹੀ ਦਿਆਲ ਹੈ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਸ ਨੂੰ ਸਿਮਰ ਸਿਮਰ ਕੇ ਬੇਅੰਤ ਪੁਰਸ਼ ਨਿਹਾਲ ਹੋਏ ਹਨ। ਭਾਵ, ਵਾਹਿਗੁਰੂ ਸਭ ਜਗ੍ਹਾ ਵਿਆਪਕ ਹੈ। ਅਜਿਹੀ ਕੋਈ ਥਾਂ ਨਹੀਂ ਜਿੱਥੇ ਉਹ ਨਾ ਹੋਵੇ ਅਤੇ ਸਾਰੇ ਰੰਗ ਉਸੇ ਦੇ ਹਨ। ਸਭਨਾਂ ਵਿੱਚ ਉਹੀ ਵਿਆਪਕ ਹੈ। ਉਸ ਵਿਆਪਕ ਦੇ ਗਿਆਨ ਨੂੰ ਪਾ ਕੇ ਅਨੇਕਾਂ ਮੁਕਤ ਹੋ ਗਏ ਹਨ। ਸ਼ਲੋਕ, ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾਵਾਰੋ। ਨਾਨਕ ਰਚਨਾ ਪ੍ਰਭ ਰਚੀ,
ਬਹੁਵਿਧੀ ਅਨੇਕ ਪ੍ਰਕਾਰੋ ਅਰਥ। ਜਿਸ ਤੇ ਪਾਰ ਉਰਾਰ ਦਾ ਅੰਤ ਨਹੀਂ ਆਉਂਦਾ, ਉਸ ਦੀ ਉਸਤਤ ਅਨੇਕਾਂ ਪੁਰਸ਼ ਕਰਦੇ ਹਨ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਸ ਪ੍ਰਭੂ ਨੇ ਜੋ ਰਚਨਾ ਰਚੀ ਹੈ ਉਹ ਬਹੁਤ ਤੋਂ ਵੀ ਅਨੇਕ ਤਰ੍ਹਾਂ ਦੀ ਹੈ।